टीवी पंजाब देखने वाले सारे दर्शकों का स्वागत है जी। मैं हाँ मनदीप सिंह ते लैके हाज़र हाँ कनेडा दीयां खबरों का खास न्यूज़ बुलेटिन ते पहला नज़र मारते हैं अज दीयां चोणवीआं खबरों ते। ट्रूडो ने दित्ती विद्यार्थियों नूं राहत, ग्रांट 'च कीता वाधा, व्याज कीता माफ। रूस ਅਤੇ यूक्रेन 'ਚ जंग का माहौल, कनेडा ने भी भेजी अपनी फौज। जगमीत सिंह ने कीता हैल्थ टैक्स का विरोध, हैल्थ टैक्स ਨੂੰ ਦੱਸਿਆ ਹੈਲਥ ਸਿਸਟਮ ਲਈ ਘਾਤਕ। ਬ੍ਰਿਟਿਸ਼ ਕੋਲੰਬੀਆ 'ਚ ਪਾਬੰਦੀਆਂ 'ਚ ਮਿਲੀ ਢਿੱਲ, ਜਿਮ ਅਤੇ ਫਿਟਨੈਸ ਸੈਂਟਰ ਖੋਲ੍ਹਣ ਦੀ ਆਗਿਆ। ਅੰਟਾਰੀਓ 'ਚ ਹੋਈਆਂ 10,000 ਤੋਂ ਵੱਧ ਕਾਰਾਂ ਚੋਰੀ, ਹਰ ਘੰਟੇ ਚੋਰੀ ਹੋਈ ਇੱਕ ਕਾਰ। ਅਤੇ ਅਮਰੀਕਾ ਨੂੰ ਆਉਣ ਵਾਲੀਆਂ ਕਈ ਫਲਾਈਟਾਂ ਹੋਈਆਂ ਰੱਦ। देखो किहड़े तकनीकी कारणों करके रद्द हो रही ने फ्लाइटां। ये सी अज दीयां चोणवीआं खबरां ते हुण खबरां विस्तार नाल। कनेडा के प्रधानमंत्री जस्टिन ट्रूडो वालों अज एक ऐलान किया गया जिस विच उन्हां ने अज विद्यार्थियों नूं एक राहत दित्ती है, जिस विच उन्हां दी ग्रांट जिहड़ी आ वधा दित्ती गई है। इस दे नाल ही जिहड़ा फैडरल स्टूडेंट लोन आ उहदे उत्ते व्याज विच भी छूट ਦਿੱਤੀ गई है। कनेडा के प्रधानमंत्री जस्टिन ट्रूडो वालों अज विद्यार्थियों के लिए एक खास ऐलान किया गया। इस संबंधी जस्टिन ट्रूडो ने अपने ट्विटर उत्ते ट्वीट करदियां लिखा कि बीते 2 साल विद्यार्थियों लिए भी बहुत औखे रहे ने और इसलिए सरकार उन्हां दे पिछे खड़ी है ते उन्हां दी मदद कर रही है। ਅਤੇ इस दौरान उन्होंने ऐलान किया कि सरकार वालों विद्यार्थियों के लिए ग्रांट डबल की जा रही है। जस्टिन ट्रूडो ने लिखा कि जेकर तुसी फुल टाइम स्टूडेंट हो तो तुहानू $6,000 की ग्रांट मिलेगी ਅਤੇ ਇਹ ग्रांट तुसी 31 जुलाई 2023 तक लै सकते हो। ਅਤੇ इस दे नाल ही जस्टिन ट्रूडो ने स्टूडेंट्स विद डिसेबिलिटीज़ ਲਈ ਇਹ रकम $10,000 कर दी है ਅਤੇ तरीक उन्हां ਲਈ भी 31 जुलाई 2023 ही रहेगी। इसे दौरान ही एक होर ट्वीट दे विच जस्टिन ट्रूडो ने फैडरल स्टूडेंट लोन संबंधी भी एक ऐलान किया ਅਤੇ इस लोन ਦੇ ਵਿੱਚ ਜਸਟਿਨ ਟਰੂਡੋ ਵੱਲੋਂ ਇਹ ਦੱਸਿਆ ਗਿਆ ਕਿ ਹੁਣ ਇਸ ਦੇ ਵਿਆਜ ਦੇ ਵਿੱਚ ਛੋਟ ਦਿੱਤੀ ਜਾਵੇਗੀ ਅਤੇ ਇਹ ਛੋਟ 31 ਮਾਰਚ 2023 ਤੱਕ ਹੋਵੇਗੀ। ਭਾਵ ਕਿ ਫੈਡਰਲ ਸਟੂਡੈਂਟ ਲੋਨ ਉੱਤੇ ਵਿਆਜ ਮਾਫ ਹੋਵੇਗਾ ਅਤੇ ਇਹ ਵਿਆਜ 31 ਮਾਰਚ 2023 ਤੱਕ ਮਾਫ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜਸਟਿਨ ਟਰੂਡੋ ਨੇ ਇਹ ਵੀ ਲਿਖਿਆ ਕਿ ਇਸ ਲੋਨ ਨੂੰ ਵਾਪਸ ਕਰਨ ਲਈ ਵਿਦਿਆਰਥੀਆਂ ਨੂੰ ਫਲੈਕਸੀਬਿਲਿਟੀ ਮੁਹੱਈਆ ਕਰਾਈ ਜਾਵੇਗੀ ਤਾਂ ਕਿ ਉਹ ਆਸਾਨੀ ਦੇ ਨਾਲ ਇਸ ਵਿਆਜ ਨੂੰ ਮੋੜ ਸਕਣ। ਇਸ ਦੇ ਨਾਲ ਹੀ ਜਸਟਿਨ ਟਰੂਡੋ ਨੇ ਇਹ ਵੀ ਲਿਖਿਆ ਕਿ ਉਹਨਾਂ ਦੀ ਸਰਕਾਰ 2,15,000 ਨਵੀਆਂ ਟ੍ਰੇਨਿੰਗਸ ਅਤੇ ਵਰਕ ਓਪਰਚੁਨਿਟੀਜ਼ ਕ੍ਰੀਏਟ ਕਰ ਰਹੀ ਹੈ ਅਤੇ ਵਿਦਿਆਰਥੀ ਇਸ ਨੂੰ ਧਿਆਨ ਨਾਲ ਦੇਖ ਸਕਦੇ ਨੇ ਅਤੇ ਜਿਸ ਖੇਤਰ ਵੱਲ ਉਹ ਜਾਣਾ ਚਾਹੁੰਦੇ ਨੇ ਉਧਰ ਆਪਣਾ ਭਵਿੱਖ ਬਣਾ ਸਕਦੇ ਨੇ। ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਹਾਲੇ ਵੀ ਕਰੋਨਾ ਵਾਇਰਸ ਦੇ ਮਾਮਲੇ ਵੱਡੀ ਗਿਣਤੀ ਵਿੱਚ ਆ ਰਹੇ ਨੇ ਤੇ ਮੌਜੂਦਾ ਸਮੇਂ ਵਿੱਚ ਓਮੀਕਰੋਨ ਵੇਰੀਐਂਟ ਕਰਕੇ ਹਾਲਾਤ ਕਾਫੀ ਬੱਤਰ ਹੋਏ ਨੇ, ਜਿਸ ਨੂੰ ਦੇਖਦੇ ਹੋਏ ਬੀਤੇ ਦਿਨੀ ਛੋਟੇ ਵਪਾਰੀਆਂ ਲਈ ਵੀ ਜਸਟਿਨ ਟਰੂਡੋ ਵੱਲੋਂ ਐਲਾਨ ਕੀਤਾ ਗਿਆ ਸੀ ਅਤੇ ਇਸੇ ਲੜੀ ਵਿੱਚ ਹੀ ਹੁਣ ਕੈਨੇਡਾ ਦੇ ਫੁੱਲ ਟਾਈਮ ਸਟੂਡੈਂਟਸ ਲਈ ਵੀ ਜਸਟਿਨ ਟਰੂਡੋ ਵੱਲੋਂ ਇਹ ਐਲਾਨ ਕੀਤਾ ਗਿਆ, ਜਿਸ ਨੂੰ ਇੱਕ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ। रूस ਅਤੇ यूक्रेन ਦੇ ਵਿੱਚ ਲਗਾਤਾਰ ਤਣਾਅ ਵੱਧ ਰਿਹਾ ਔਰ ਇਸ ਵਕਤ ਦੋਨੇ ਮੁਲਕ ਜੰਗ ਦੇ ਕਿਨਾਰੇ ਤੇ ਖੜੇ ਨੇ ਔਰ ਇਸ ਵਿੱਚ ਪੱਛਮੀ ਮੁਲਕ ਜਿਹੜੇ ਆ ਯੂਕਰੇਨ ਦੀ ਮਦਦ ਕਰ ਰਹੇ ਨੇ। ਅਮਰੀਕਾ ਤੋਂ ਬਾਅਦ ਕੈਨੇਡਾ ਵੱਲੋਂ ਵੀ ਯੂਕਰੇਨ ਦੀ ਮਦਦ ਦਾ ਭਰੋਸਾ ਦਿੱਤਾ ਗਿਆ ਤੇ ਇੱਥੇ ਹੀ ਨਹੀਂ, ਹੁਣ ਕੈਨੇਡਾ ਵੱਲੋੋਂ ਇੱਕ ਫੌਜ ਦੀ ਟੁਕੜੀ ਜਿਹੜੀ ਉਹ ਯੂਕਰੇਨ ਭੇਜ ਦਿੱਤੀ ਗਈ ਆ। ਸੋ ਇਸ ਦੌਰਾਨ ਕੈਨੇਡਾ ਦੇ ਵਿਦੇਸ਼ ਮੰਤਰੀ ਦਾ ਵੀ ਅੱਜ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਇਸ ਦੇ ਉੱਤੇ ਕਿਹਾ ਕਿ ਕੈਨੇਡਾ ਦਾ ਜ਼ੋਰ ਇਸ ਸਭ ਨੂੰ ਰੋਕਣ ਤੇ ਲੱਗਾ ਹੋਇਆ ਹੈ। ਕੈਨੇਡਾ ਵੱਲੋਂ ਰਸ਼ੀਆ ਦੇ ਖਿਲਾਫ ਯੂਕਰੇਨ ਦੀ ਮਦਦ ਲਈ ਇੱਕ ਫੌਜ ਦੀ ਟੁਕੜੀ ਭੇਜੀ ਗਈ ਹੈ। ਕੈਨੇਡਾ ਦੇ ਪ੍ਰਮੁੱਖ ਮੀਡੀਆ ਅਦਾਰਿਆਂ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਵੱਲੋਂ ਆਪਣੀ ਇੱਕ ਛੋਟੀ ਫੌਜ ਦੀ ਟੁਕੜੀ ਯੂਕਰੇਨ ਭੇਜੀ ਗਈ ਹੈ। ਇਸ ਸਮੇਂ ਰੂਸ ਅਤੇ ਯੂਕਰੇਨ ਦੇ ਸਬੰਧ ਬੇਹੱਦ ਤਣਾਅਪੂਰਨ ਹੋ ਚੁੱਕੇ ਨੇ ਅਤੇ ਦੋਨੇ ਮੁਲਕ ਜੰਗ ਦੇ ਕਿਨਾਰੇ ਤੇ ਖੜੇ ਨੇ। ਜਾਣਕਾਰੀ ਅਨੁਸਾਰ ਰਸ਼ੀਆ ਨੇ ਯੂਕਰੇਨ ਬਾਰਡਰ ਉੱਤੇ ਆਪਣੇ 1 ਲੱਖ ਤੋਂ ਵੱਧ ਸਿਪਾਹੀ ਤਾਇਨਾਤ ਕੀਤੇ ਹੋਏ ਨੇ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਰਸ਼ੀਆ ਯੂਕਰੇਨ ਤੇ ਕਿਸੇ ਵੀ ਵੇਲੇ ਹਮਲਾ ਕਰ ਸਕਦਾ ਹੈ, ਪਰ ਰਸ਼ੀਆ ਵੱਲੋਂ ਇਹਨਾਂ ਹਮਲਾ ਕਰਨ ਦੀਆਂ ਰਿਪੋਰਟਾਂ ਤੋਂ ਇਨਕਾਰ ਵੀ ਕੀਤਾ ਜਾ ਰਿਹਾ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਮਲੈਨ ਜੋਲੀ ਵੱਲੋਂ ਯੂਕਰੇਨ ਦੇ ਪ੍ਰਧਾਨ ਮੰਤਰੀ ਨਾਲ ਬੀਤੇ ਦਿਨੀ ਇੱਕ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਯੂਕਰੇਨ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਕੈਨੇਡਾ ਦੀ ਵਿਦੇਸ਼ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਯੂਕਰੇਨ ਵਿੱਚ ਮਨੁੱਖੀ ਅਧਿਕਾਰਾਂ ਦੇ ਬਚਾਅ ਲਈ ਕੈਨੇਡਾ ਖੜੇਗਾ ਅਤੇ ਮਦਦ ਵੀ ਕਰੇਗਾ। ਜਿਸ ਤੋਂ ਬਾਅਦ ਜਾਣਕਾਰੀ ਸਾਹਮਣੇ ਆਈ ਹੈ ਕਿ ਕੈਨੇਡਾ ਵੱਲੋਂ ਇੱਕ ਫੌਜ ਦੀ ਟੁਕੜੀ ਉੱਥੇ ਭੇਜ ਦਿੱਤੀ ਗਈ ਹੈ ਜੋ ਕਿ ਰਸ਼ੀਆ ਦੇ ਖਿਲਾਫ ਯੂਕਰੇਨ ਦੀ ਮਦਦ ਕਰੇਗੀ।
ਉੱਥੇ ਹੀ ਕੈਨੇਡਾ ਵੱਲੋਂ ਆਪਣੇ ਨਾਗਰਿਕਾਂ ਲਈ ਇੱਕ ਟਰੈਵਲ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ, ਜਿੱਥੇ ਕੈਨੇਡਾ ਵੱਲੋਂ ਆਪਣੇ ਨਾਗਰਿਕਾਂ ਨੂੰ ਕਿਹਾ ਗਿਆ ਕਿ ਯੂਕਰੇਨ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਸੰਭਾਵੀ ਹਮਲੇ ਨੂੰ ਦੇਖਦੇ ਹੋਇਆਂ ਉੱਥੇ ਦੀ ਯਾਤਰਾ ਨਾ ਕੀਤੀ ਜਾਵੇ। ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਯੂਕਰੇਨ ਅਤੇ ਰਸ਼ੀਆ ਤੋਂ ਬਾਅਦ ਕੈਨੇਡਾ ਅਜਿਹਾ ਤੀਜਾ ਦੇਸ਼ ਹੈ ਜਿੱਥੇ ਯੂਕਰੇਨੀਅਨ ਮੂਲ ਦੇ ਲੋਕ ਜ਼ਿਆਦਾ ਰਹਿੰਦੇ ਨੇ। ਕਿਊਬਕ ਵੱਲੋਂ ਐਲਾਨੇ ਗਏ ਹੈਲਥ ਟੈਕਸ ਉੱਤੇ ਹੁਣ ਜਗਮੀਤ ਸਿੰਘ ਹੁਣਾਂ ਨੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਔਰ ਜਗਮੀਤ ਸਿੰਘ ਨੇ ਇਸ ਦੀ ਤਿੱਖੀ ਵਿਰੋਧਤਾ ਕੀਤੀ ਹੈ। ਜਗਮੀਤ ਸਿੰਘ ਨੇ ਕਿਹਾ ਕਿ ਉਹ ਵੈਕਸੀਨ ਪਾਸਪੋਰਟ ਦੇ ਹੱਕ ਵਿੱਚ ਨੇ ਔਰ ਵੈਕਸੀਨ ਦੇ ਵੀ ਹੱਕ ਵਿੱਚ ਨੇ, ਪਰ ਉਹ ਕਹਿੰਦੇ ਕਿ ਇਸ ਹੱਕ ਵਿੱਚ ਨਹੀਂ ਨੇ ਕਿ ਜੇਕਰ ਕਿਸੇ ਨੇ ਵੈਕਸੀਨ ਨਹੀਂ ਲਗਵਾਈ ਤਾਂ ਉਸ ਉੱਤੇ ਕੋਈ ਟੈਕਸ ਲਾਇਆ ਜਾਵੇ ਔਰ ਉਹਨਾਂ ਨੇ ਇਹ ਕੈਨੇਡਾ ਦੇ ਹੈਲਥ ਸਿਸਟਮ ਨੂੰ ਖਤਰਾ ਵੀ ਦੱਸਿਆ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕਿਊਬਕ ਦੀ ਮੌਜੂਦਾ ਸਰਕਾਰ ਵੱਲੋਂ ਐਲਾਨੇ ਗਏ ਹੈਲਥ ਟੈਕਸ ਦਾ ਤਿੱਖਾ ਵਿਰੋਧ ਕੀਤਾ ਹੈ। ਜਗਮੀਤ ਸਿੰਘ ਨੇ ਕਿਹਾ ਕਿ ਕਿਊਬਕ ਸਰਕਾਰ ਵੱਲੋਂ ਐਲਾਨਿਆ ਗਿਆ ਹੈਲਥ ਟੈਕਸ ਕੈਨੇਡਾ ਦੇ ਹੈਲਥ ਕੇਅਰ ਸਿਸਟਮ ਲਈ ਇੱਕ ਖਤਰਾ ਹੋ ਸਕਦਾ ਹੈ। ਜਗਮੀਤ ਸਿੰਘ ਵੱਲੋਂ ਅੱਜ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਨਵੇਂ ਸਾਲ ਵਿੱਚ ਉਹ ਪਹਿਲੀ ਵਾਰ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ, ਜਿਸ ਦੌਰਾਨ ਉਹਨਾਂ ਨੇ ਇੱਥੇ ਆਪਣੀ ਪਾਰਟੀ ਦਾ ਪੱਖ ਸਪਸ਼ਟ ਕੀਤਾ ਕਿ ਉਹ ਅਨਵੈਕਸੀਨੇਟਡ ਲੋਕਾਂ ਉੱਤੇ ਟੈਕਸ ਲਾਉਣ ਦੇ ਹੱਕ ਵਿੱਚ ਨਹੀਂ ਨੇ। ਜਗਮੀਤ ਸਿੰਘ ਨੇ ਕਿਹਾ ਕਿ ਉਹ ਵੈਕਸੀਨ ਦਾ ਸਮਰਥਨ ਕਰਦੇ ਨੇ ਔਰ ਇਸ ਦੇ ਨਾਲ ਹੀ ਵੈਕਸੀਨ ਪਾਸਪੋਰਟ ਦਾ ਵੀ ਸਮਰਥਨ ਕਰਦੇ ਨੇ, ਪਰ ਉਹਨਾਂ ਕਿਹਾ ਕਿ ਉਹ ਇਸ ਗੱਲ ਦਾ ਸਮਰਥਨ ਨਹੀਂ ਕਰਦੇ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ ਉਹਨਾਂ ਉੱਤੇ ਕੋਈ ਟੈਕਸ ਲਾਇਆ ਜਾਵੇ। ਕਿਊਬਕ ਸਰਕਾਰ ਵੱਲੋਂ ਹੈਲਥ ਟੈਕਸ ਦਾ ਐਲਾਨ ਕਰਨ ਲੱਗਿਆਂ ਕਿਹਾ ਗਿਆ ਸੀ ਕਿ ਅਨਵੈਕਸੀਨੇਟਡ ਲੋਕਾਂ ਕਰਕੇ ਹੈਲਥ ਸਿਸਟਮ ਉੱਤੇ ਇਸ ਵਕਤ ਬੋਝ ਵੱਧ ਰਿਹਾ ਹੈ ਕਿਉਂਕਿ ਹਸਪਤਾਲਾਂ ਵਿੱਚ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਤਾਂ ਇਸ ਦੇ ਜਵਾਬ ਵਿੱਚ ਜਗਮੀਤ ਸਿੰਘ ਨੇ ਕਿਹਾ ਕਿ ਕੈਨੇਡੀਅਨਸ ਪਹਿਲਾਂ ਹੀ ਕਾਫੀ ਟੈਕਸ ਦਿੰਦੇ ਨੇ, ਜਿਸ ਵਿੱਚ ਹੈਲਥ ਸਰਵਿਸਿਜ਼ ਲਈ ਵੀ ਟੈਕਸ ਭਰਿਆ ਜਾਂਦਾ ਹੈ। ਸੋ ਇੱਕ ਵਾਰੀ ਸੁਣ ਲੈਂਦੇ ਹਾਂ ਕਿ ਜਗਮੀਤ ਸਿੰਘ ਨੇ ਇਸ ਬਾਰੇ ਕੀ ਕਿਹਾ। I absolutely support encouraging people to get vaccinated. I think it's important. We know that it saves lives, it saves the individual, and it also helps stop the spread, so saves the lives of others and family members. So it's important, and we've supported things like the vaccine passport, and we supported things like making sure we've got at the federal level, making sure there's vaccine mandates in place, and making sure that people have to show proof of vaccination. These are things that we've supported. Our concern, and my concern, particularly with this idea of requiring someone to pay, is that it's starting us down a path of eroding the universality of our healthcare system. That our healthcare system should be there for people. We all contribute and pay taxes so that we can all have access to healthcare when we need it. This particular measure seems to be eroding the universality, and that to me, as a New Democrat who believes firmly in a system that's there for everyone when they need it, is something that I am concerned about. I want to protect universality, but I also want to look at ways that we can encourage people to get vaccinated. And so I'll continue to push for people to get vaccinated and look at other tools to encourage that. ਜਗਮੀਤ ਸਿੰਘ ਤੋਂ ਪਹਿਲਾਂ ਬਾਕੀ ਫੈਡਰਲ ਲੀਡਰ ਵੀ ਇਸ ਸੰਬੰਧੀ ਆਪਣੀ ਰਾਏ ਸਪਸ਼ਟ ਕਰ ਚੁੱਕੇ ਨੇ। ਹਾਲਾਂਕਿ ਜਸਟਿਨ ਟਰੂਡੋ ਨੇ ਇਸ ਉੱਤੇ ਕਿਹਾ ਸੀ ਕਿ ਹਾਲੇ ਉਹਨਾਂ ਨੂੰ ਇਸ ਮਾਮਲੇ ਉੱਤੇ ਹੋਰ ਡਿਟੇਲ ਚਾਹੀਦੀਆਂ ਨੇ, ਪਰ ਇਸ ਦੇ ਨਾਲ ਹੀ ਜਸਟਿਨ ਟਰੂਡੋ ਨੇ ਇਹ ਵੀ ਕਿਹਾ ਸੀ ਕਿ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਊਗਾ ਕਿ ਇਹ ਟੈਕਸ ਕੈਨੇਡਾ ਹੈਲਥ ਐਕਟ ਗਰੰਟੀ ਆਫ ਯੂਨੀਵਰਸਲ ਐਕਸੈਸ ਦੀ ਉਲੰਘਣਾ ਨਾ ਕਰਦਾ ਹੋਵੇ, ਜਦਕਿ ਕੰਜ਼ਰਵੇਟਿਵ ਲੀਡਰ ਐਰਨ ਅਟੂਲ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਹਾਲਾਂਕਿ ਉਹਨਾਂ ਨੇ ਕਿਹਾ ਕਿ ਉਹ ਕਿਸੇ ਸੂਬੇ ਵੱਲੋਂ ਲਏ ਗਏ ਫੈਸਲੇ ਦਾ ਉਹਨਾਂ ਦਾ ਅਧਿਕਾਰ ਖੇਤਰ ਦਾ ਸਮਰਥਨ ਕਰਦੇ ਨੇ, ਪਰ ਉਹਨਾਂ ਕਿਹਾ ਕਿ ਟੈਕਸ ਲਾਉਣ ਵਾਲੀ ਗੱਲ ਉਹਨਾਂ ਨੂੰ ਹਜਮ ਨਹੀਂ ਹੋ ਰਹੀ। ਇਸੇ ਤਰੀਕੇ ਨਾਲ ਹੀ ਅਲਬਰਟਾ ਦੇ ਜੈਸਨ ਕੈਨੀ ਵੱਲੋਂ ਵੀ ਇਸ ਟੈਕਸ ਦਾ ਵਿਰੋਧ ਕੀਤਾ ਗਿਆ ਸੀ। ਅੰਟਾਰੀਓ ਵਿੱਚ ਬੀਤੇ ਦਿਨ ਬਰਫੀਲਾ ਤੂਫਾਨ ਆਇਆ ਸੀ, ਜਿਸ ਦਾ ਅਸਰ ਹਾਲੇ ਤੱਕ ਦੇਖਣ ਨੂੰ ਮਿਲ ਰਿਹਾ ਹੈ। ਹਜ਼ਾਰਾਂ ਗੱਡੀਆਂ ਬਰਫ਼ ਵਿੱਚ ਫਸ ਗਈਆਂ ਸਨ ਔਰ ਕੁਝ ਲੋਕ ਤਾਂ ਇਹਨਾਂ ਗੱਡੀਆਂ ਨੂੰ ਛੱਡ ਕੇ ਹੀ ਘਰ ਚਲੇ ਗਏ ਸੀ ਔਰ ਇਸੇ ਦੌਰਾਨ ਮੰਗਲਵਾਰ ਨੂੰ ਫਿਰ ਜਿਹੜੀ ਆ ਕੁਝ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਆ। ਇਸ ਵਕਤ ਸ਼ਹਿਰਾਂ ਵਿੱਚ ਵੱਖ-ਵੱਖ ਸੜਕਾਂ ਤੇ ਜਿਹੜਾ ਵਾ ਸਨੋ ਹਟਾਉਣ ਦਾ ਕੰਮ ਚੱਲ ਰਿਹਾ, ਪਰ ਇਸ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਅੰਟਾਰੀਓ 'ਚ ਆਏ ਬਰਫੀਲੇ ਤੂਫਾਨ ਦਾ ਅਸਰ ਹੱਲੇ ਵੀ ਦੇਖਣ ਨੂੰ ਮਿਲ ਰਿਹਾ ਹੈ। ਹੱਲੇ ਵੀ ਸੜਕਾਂ ਤੋਂ ਸਨੋ ਸਾਫ਼ ਕੀਤੀ ਜਾ ਰਹੀ ਹੈ, ਪਰ ਇਸ ਦੇ ਨਾਲ ਹੀ ਮੰਗਲਵਾਰ ਨੂੰ ਇੱਕ ਹੋਰ ਸਨੋ ਵਾਰਨਿੰਗ ਜਾਰੀ ਕਰ ਦਿੱਤੀ ਗਈ ਹੈ। ਐਤਵਾਰ ਅਤੇ ਸੋਮਵਾਰ ਦੀ ਰਾਤ ਨੂੰ ਹੋਈ ਭਾਰੀ ਬਰਫ਼ ਕਾਰਨ ਆਮ ਜਨਜੀਵਨ ਪੂਰੇ ਤਰੀਕੇ ਨਾਲ ਪ੍ਰਭਾਵਿਤ ਹੋ ਗਿਆ ਸੀ ਅਤੇ ਮੇਜਰ ਹਾਈਵੇਜ਼ ਅਤੇ ਵੱਡੀਆਂ ਸੜਕਾਂ ਬੰਦ ਹੋ ਗਈਆਂ ਸਨ ਅਤੇ ਉਸ ਉੱਤੇ ਲੋਕ ਕਈ ਘੰਟਿਆਂ ਤੱਕ ਫਸੇ ਰਹੇ। ਬਹੁਤ ਸਾਰੇ ਸੜਕ ਹਾਦਸੇ ਵੀ ਹੋਏ ਅਤੇ ਕਈ ਥਾਵਾਂ ਤੇ ਲੋਕ ਆਪਣੀਆਂ ਕਾਰਾਂ ਇਕੱਲੀਆਂ ਛੱਡ ਕੇ ਆਪਣੇ ਘਰਾਂ ਨੂੰ ਚੱਲ ਗਏ ਕਿਉਂਕਿ ਕਾਰਾਂ ਪੂਰੇ ਤਰੀਕੇ ਨਾਲ ਫਸ ਚੁੱਕੀਆਂ ਸਨ ਅਤੇ ਕਈ ਘੰਟਿਆਂ ਤੱਕ ਉਹਨਾਂ ਦੇ ਨਿਕਲਣ ਦੀ ਕੋਈ ਉਮੀਦ ਨਹੀਂ ਸੀ।
ਟੋਰਾਂਟੋ ਦੇ ਮੇਅਰ ਵੱਲੋਂ ਕਿਹਾ ਗਿਆ ਕਿ 24 ਘੰਟੇ ਸਨੋ ਹਟਾਉਣ ਦਾ ਕੰਮ ਚੱਲ ਰਿਹਾ ਹੈ। ਮੇਅਰ ਵੱਲੋਂ ਦੱਸਿਆ ਗਿਆ ਕਿ ਇਸ ਵਕਤ 600 ਸਨੋ ਸਾਫ਼ ਕਰਨ ਵਾਲੀਆਂ ਗੱਡੀਆਂ ਸੜਕਾਂ ਤੇ ਘੁੰਮ ਰਹੀਆਂ ਨੇ ਅਤੇ 24 ਘੰਟੇ ਰਸਤੇ ਸਾਫ਼ ਕਰ ਰਹੀਆਂ ਨੇ, ਜਦਕਿ 200 ਸੌਲ ਟਰੱਕ ਵੀ ਇਸ ਵਕਤ ਆਪਰੇਸ਼ਨ ਤੇ ਨੇ, ਜਦਕਿ 360 ਸਾਈਡ ਵਾਕ ਸਾਫ਼ ਕਰਨ ਵਾਲੀਆਂ ਮਸ਼ੀਨਾਂ ਵੀ ਆਪਣਾ ਕੰਮ ਕਰ ਰਹੀਆਂ ਨੇ ਅਤੇ ਉਹਨਾਂ ਵੱਲੋਂ ਹੁਣ ਤੱਕ 14 ਰਾਊਂਡ ਦੀ ਸਫਾਈ ਕੀਤੀ ਜਾ ਚੁੱਕੀ ਹੈ। ਪਰ ਉਹਨਾਂ ਨੇ ਕਿਹਾ ਕਿ ਇਸ ਦੌਰਾਨ ਬਹੁਤ ਸਾਰੇ ਲੋਕ ਸੜਕਾਂ ਤੇ ਆਪਣੀਆਂ ਗੱਡੀਆਂ ਛੱਡ ਕੇ ਗਏ ਹੋਏ ਨੇ, ਜਿਸ ਕਰਕੇ ਇਸ ਵਕਤ ਆਪਰੇਸ਼ਨ ਕਰਨ ਵਿੱਚ ਮੁਸ਼ਕਲ ਵੀ ਆ ਰਹੀ ਹੈ। ਮੇਅਰ ਵੱਲੋਂ ਕਿਹਾ ਗਿਆ ਕਿ ਇਹ ਇੱਕ ਇਤਿਹਾਸਿਕ ਬਰਫੀਲਾ ਤੂਫਾਨ ਸੀ ਅਤੇ ਇਸ ਕਰਕੇ ਸੜਕਾਂ ਸਾਫ਼ ਕਰਨ ਲਈ ਅਤੇ ਗਲੀਆਂ ਸਾਫ਼ ਕਰਨ ਲਈ ਕਾਫੀ ਸਮਾਂ ਲੱਗ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਟਰਾਂਸਪੋਰਟ ਸਰਵਿਸ ਦੀਆਂ ਬਹੁਤ ਸਾਰੀਆਂ ਬੱਸਾਂ ਹਾਲੇ ਵੀ ਬਰਫ਼ ਵਿੱਚ ਫਸੀਆਂ ਹੋਈਆਂ ਸਨ। ਦੂਜੇ ਪਾਸੇ ਪੁਲਿਸ ਵੱਲੋਂ ਵੀ ਇੱਕ ਨੰਬਰ ਜਾਰੀ ਕੀਤਾ ਗਿਆ ਕਿਉਂਕਿ ਲੋਕਾਂ ਵੱਲੋਂ ਜਿਹੜੀਆਂ ਗੱਡੀਆਂ ਬਰਫ਼ ਵਿੱਚ ਛੱਡੀਆਂ ਗਈਆਂ ਸਨ ਉਹਨਾਂ ਨੂੰ ਟੋ ਕਰਕੇ ਇੱਕ ਟਿਕਾਣੇ ਤੇ ਲਿਜਾਇਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਇੱਕ ਨੰਬਰ ਜਾਰੀ ਕਰਕੇ ਦੱਸਿਆ ਗਿਆ ਕਿ ਜੇਕਰ ਤੁਹਾਨੂੰ ਨਹੀਂ ਪਤਾ ਕਿ ਤੁਹਾਡੀ ਗੱਡੀ ਕਿਹੜੀ ਥਾਂ ਤੇ ਲਗਾਈ ਗਈ ਹੈ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਆਪਣੀ ਕਾਰ ਬਾਰੇ ਪਤਾ ਕਰ ਸਕਦੇ ਹੋ। ਉੱਥੇ ਅੱਜ ਦੂਜੇ ਦਿਨ ਵੀ ਸਕੂਲ ਨਹੀਂ ਖੁੱਲ੍ਹ ਸਕੇ ਨੇ, ਜਦਕਿ ਕੁਝ ਥਾਵਾਂ ਤੇ ਆਨਲਾਈਨ ਪੜ੍ਹਾਈ ਹੋ ਰਹੀ ਹੈ। ਕਈ ਸਕੂਲਾਂ ਵਿੱਚੋਂ ਹਾਲੇ ਬਰਫ਼ ਹਟਾਉਣ ਦਾ ਕੰਮ ਜਾਰੀ ਹੈ ਅਤੇ ਇੱਥੋਂ ਤੱਕ ਸਕੂਲ ਦੀਆਂ ਛੱਤਾਂ ਉੱਤੇ ਵੀ ਭਾਰੀ ਬਰਫ਼ਬਾਰੀ ਪਈ ਹੈ, ਜਿਨ੍ਹਾਂ ਨੂੰ ਹਟਾਉਣ ਤੋਂ ਬਾਅਦ ਹੀ ਸਕੂਲ ਇਨ ਪਰਸਨ ਖੋਲ੍ਹੇ ਜਾਣਗੇ। এনवायरमेंट ਕੈਨੇਡਾ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਅੱਜ ਰਾਤ ਨੂੰ ਇੱਕ ਵਾਰੀ ਫਿਰ ਬਰਫ਼ਬਾਰੀ ਹੋ ਸਕਦੀ ਹੈ, ਪਰ ਅੱਜ ਬਰਫ਼ਬਾਰੀ ਮਹਿਜ 2 ਸੈਂਟੀਮੀਟਰ ਤੱਕ ਦੀ ਹੋ ਸਕਦੀ ਹੈ, ਜਦਕਿ ਬੀਤੇ ਦਿਨੀ 40 ਤੋਂ 60 ਸੈਂਟੀਮੀਟਰ ਤੱਕ ਦੀ ਬਰਫ਼ਬਾਰੀ ਵੱਖ-ਵੱਖ ਇਲਾਕਿਆਂ ਵਿੱਚ ਹੋਈ ਸੀ, ਜਿਸ ਨੇ ਲਗਭਗ 50 ਸਾਲ ਪੁਰਾਣੇ ਰਿਕਾਰਡ ਤੋੜ ਦਿੱਤੇ ਸਨ। ਬ੍ਰਿਟਿਸ਼ ਕੋਲੰਬੀਆ ਵਿੱਚ ਕੁਝ ਪਾਬੰਦੀਆਂ ਬੀਤੇ ਦਿਨੀ ਲਾਈਆਂ ਗਈਆਂ ਸੀ ਔਰ ਓਮੀਕਰੋਨ ਨੂੰ ਰੋਕਣ ਨੂੰ ਲੈ ਕੇ ਪਾਬੰਦੀਆਂ ਲੱਗੀਆਂ ਸੀ। ਇਹਨਾਂ ਵਿੱਚ ਕੁਝ ਢਿੱਲ ਦਾ ਐਲਾਨ ਅੱਜ ਕਰ ਦਿੱਤਾ ਗਿਆ, ਜਿਸ ਵਿੱਚ ਜਿਹੜੀ ਮੰਗ ਕੀਤੀ ਗਈ ਸੀ ਕਿ ਜਿਮ ਤੇ ਫਿਟਨੈਸ ਸੈਂਟਰ ਜਿਹੜੇ ਉਹ ਖੁੱਲ੍ਹਣੇ ਚਾਹੀਦੇ ਆ। ਸੋ ਸਰਕਾਰ ਵੱਲੋਂ ਜਿਮ ਤੇ ਫਿਟਨੈਸ ਸੈਂਟਰ ਖੋਲ੍ਹਣ ਦਾ ਐਲਾਨ ਕਰ ਦਿੱਤਾ, ਪਰ ਬਾਕੀ ਪਾਬੰਦੀਆਂ ਉਸੇ ਤਰੀਕੇ ਨਾਲ ਜਾਰੀ ਰਹਿਣਗੀਆਂ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਕੋਵਿਡ ਦਾ ਹਵਾਲਾ ਦੇ ਕੇ ਕੁਝ ਪਾਬੰਦੀਆਂ ਲਾਈਆਂ ਗਈਆਂ ਸਨ, ਜਿਨ੍ਹਾਂ ਵਿੱਚ ਅੱਜ ਕੁਝ ਢਿੱਲ ਦਾ ਐਲਾਨ ਕੀਤਾ ਗਿਆ। ਇਸ ਸੰਬੰਧੀ ਪ੍ਰੋਵਿੰਸ਼ੀਅਲ ਹੈਲਥ ਆਫੀਸਰ ਡਾਕਟਰ ਬੌਨਰੀ ਹੈਨਰੀ ਵੱਲੋਂ ਅੱਜ ਐਲਾਨ ਕੀਤਾ ਗਿਆ, ਜਿਸ ਵਿੱਚ ਦੱਸਿਆ ਗਿਆ ਕਿ ਹੁਣ ਜਿਮ ਅਤੇ ਫਿਟਨੈਸ ਸੈਂਟਰ ਖੁੱਲ੍ਹ ਸਕਣਗੇ। 20 ਜਨਵਰੀ ਤੋਂ ਇਹ ਖੁੱਲ੍ਹ ਸਕਣਗੇ, ਜਿਨ੍ਹਾਂ ਨੂੰ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ, ਜਦਕਿ ਬਾਕੀ ਪਾਬੰਦੀਆਂ ਉੱਤੇ ਪਾਬੰਦੀ ਉਸੇ ਤਰੀਕੇ ਨਾਲ ਜਾਰੀ ਹੈ ਅਤੇ ਇਸ ਨੂੰ 16 ਫਰਵਰੀ ਤੱਕ ਵਧਾ ਦਿੱਤਾ ਗਿਆ, ਜਿਸ ਵਿੱਚ ਬਾਰ ਅਤੇ ਨਾਈਟ ਕਲੱਬ ਬੰਦ ਰਹਿਣਗੇ ਅਤੇ ਇਸ ਦੇ ਨਾਲ ਹੀ ਰੈਸਟੋਰੈਂਟ, ਥੀਏਟਰਸ ਅਤੇ ਸਟੇਡੀਅਮ ਵਿੱਚ ਲਿਮਟਿਡ ਕਪੈਸਿਟੀ ਨਾਲ ਹੀ ਲੋਕ ਜਾ ਸਕਣਗੇ। ਇਸ ਸੰਬੰਧੀ ਪ੍ਰੋਵਿੰਸ਼ੀਅਲ ਹੈਲਥ ਆਫੀਸਰ ਡਾਕਟਰ ਬੌਨੀ ਹੈਨਰੀ ਵੱਲੋਂ ਅੱਜ ਕਿਹਾ ਗਿਆ ਕਿ ਉਹਨਾਂ ਵੱਲੋਂ ਮੌਜੂਦਾ ਤੌਰ ਤੇ ਕੋਵਿਡ ਦੇ ਫੈਲਾਅ ਅਤੇ ਹਸਪਤਾਲਾਂ 'ਚ ਵੱਧ ਰਹੀ ਗਿਣਤੀ ਦੇ ਆਧਾਰ ਤੇ ਹੀ ਇਹ ਫੈਸਲਾ ਲਿਆ ਗਿਆ। ਉਹਨਾਂ ਨੇ ਕਿਹਾ ਕਿ BC ਵਿੱਚ ਵੀ ਓਮੀਕਰੋਨ ਦਾ ਪ੍ਰਭਾਵ ਵਧੇਰੇ ਦੇਖਣ ਨੂੰ ਮਿਲ ਰਿਹਾ। ਡਾਕਟਰ ਬੌਨੀ ਹੈਨਰੀ ਨੇ ਕਿਹਾ ਕਿ ਬੇਸ਼ੱਕ ਜਿਮ ਅਤੇ ਫਿਟਨੈਸ ਸੈਂਟਰ ਹੁਣ ਖੁੱਲ੍ਹ ਸਕਣਗੇ, ਪਰ ਇਸ ਦੌਰਾਨ ਉੱਥੇ ਵੈਕਸੀਨ ਕਾਰਡ ਅਤੇ ਮਾਸਕ ਪਾਉਣ ਦੀ ਲੋੜ ਹੋਵੇਗੀ ਅਤੇ ਇਸ ਦੇ ਨਾਲ ਹੀ ਸੇਫਟੀ ਪਲਾਨ ਨਾਲ ਹੀ ਜਿਮ ਖੋਲ੍ਹੇ ਜਾਣਗੇ। ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਇਹ ਜਿਮ ਬੰਦ ਕਰ ਦਿੱਤੇ ਗਏ ਸਨ, ਜਿਸ ਤੋਂ ਬਾਅਦ ਜਿਮ ਮਾਲਕ ਵੀ ਕਾਫੀ ਗੁੱਸੇ ਵਿੱਚ ਸਨ। ਹਾਲਾਂਕਿ ਸਰਕਾਰ ਵੱਲੋਂ ਮਦਦ ਦਾ ਐਲਾਨ ਕੀਤਾ ਗਿਆ ਸੀ, ਪਰ ਇਸ ਦੇ ਨਾਲ ਹੀ ਲੋਕਾਂ ਵੱਲੋਂ ਵੀ ਜਿਮ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਧਿਆਨ 'ਚ ਦੇਖਦਿਆਂ ਹੋਇਆਂ ਸਰਕਾਰ ਵੱਲੋਂ ਅੱਜ ਐਲਾਨ ਕੀਤਾ ਗਿਆ। ਅੰਟਾਰੀਓ ਵਿੱਚ ਕਾਰਾਂ ਚੋਰੀ ਹੋਣ ਦੇ ਵੱਡੀ ਗਿਣਤੀ ਵਿੱਚ ਮਾਮਲੇ ਸਾਹਮਣੇ ਆ ਰਹੇ ਨੇ ਤੇ ਹੁਣ ਇਸ ਸੰਬੰਧੀ 2021 ਦੀ ਇੱਕ ਰਿਪੋਰਟ ਆਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅੰਟਾਰੀਓ ਵਿੱਚ 2021 'ਚ ਹਰ ਘੰਟੇ ਇੱਕ ਕਾਰ ਚੋਰੀ ਹੋਈ ਹੈ ਔਰ ਕੁੱਲ ਮਿਲਾ ਕੇ 10,900 ਕਾਰਾਂ ਚੋਰੀ ਹੋਈਆਂ ਨੇ, ਜਿਨ੍ਹਾਂ ਦੀ ਇੰਸ਼ੋਰੈਂਸ ਕਲੇਮ ਕੀਤੀ ਗਈ ਹੈ। ਸੋ ਦੱਸਦੇ ਹਾਂ ਇਸ ਰਿਪੋਰਟ ਦੇ ਵਿੱਚ ਕਿ ਕਿਸ ਤਰੀਕੇ ਨਾਲ ਇਹ ਕਾਰਾਂ ਚੋਰੀ ਹੁੰਦੀਆਂ ਨੇ ਤੇ ਕਿਹੜੀਆਂ-ਕਿਹੜੀਆਂ ਕਾਰਾਂ ਚੋਰਾਂ ਦੀ ਪਹਿਲੀ ਪਸੰਦ ਨੇ। ਅੰਟਾਰੀਓ 'ਚ ਕਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਹੁਣ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਇਹ ਆਇਆ ਕਿ 2021 ਵਿੱਚ ਹਰ ਘੰਟੇ 'ਚ ਇੱਕ ਕਾਰ ਚੋਰੀ ਹੋਈ ਹੈ। ਇਸ ਸੰਬੰਧੀ hellosafe.ca ਵੱਲੋਂ ਇੱਕ ਦਾਅਵਾ ਕੀਤਾ ਗਿਆ, ਜਿਸ ਵਿੱਚ ਦੱਸਿਆ ਗਿਆ ਕਿ ਇੰਸ਼ੋਰੈਂਸ ਕੰਪਨੀਆਂ ਕੋਲ 10,900 ਕਾਰਾਂ ਚੋਰੀ ਹੋਣ ਦੀ ਰਿਪੋਰਟ ਆਈ ਹੈ। ਇਹ ਕਾਰਾਂ ਚੋਰੀ ਹੋਣ ਦੇ ਕਲੇਮ ਸਿਰਫ 2021 ਵਿੱਚ ਹੀ ਸਾਹਮਣੇ ਆਏ ਹਨ, ਜਿਸ ਦੇ ਮੁਤਾਬਕ ਹਰੇਕ 48 ਮਿੰਟ ਬਾਅਦ ਅੰਟਾਰੀਓ ਵਿੱਚ ਇੱਕ ਕਾਰ ਚੋਰੀ ਹੋ ਰਹੀ ਹੈ। ਇਸ ਦੌਰਾਨ ਸਭ ਤੋਂ ਵੱਧ ਚੋਰੀ SUVs ਕਾਰਾਂ ਦੀ ਹੋਈ ਹੈ, ਜੋ ਕਿ ਕੁੱਲ ਕਾਰਾਂ ਦਾ 48% ਬਣਦਾ ਹੈ। ਉੱਥੇ ਹੀ ਚੋਰਾਂ ਵੱਲੋਂ ਵਧੇਰੇ ਲਗਜ਼ਰੀ ਕਾਰਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ। ਇਹਨਾਂ ਅੰਕੜਿਆਂ ਅਨੁਸਾਰ ਅੰਟਾਰੀਓ ਵਿੱਚ ਚੋਰਾਂ ਵੱਲੋਂ ਸਭ ਤੋਂ ਵੱਧ ਟਾਰਗੇਟ ਲੈਕਸਸ RX ਨੂੰ ਕੀਤਾ ਗਿਆ
ਅਤੇ ਇਸ ਰਿਪੋਰਟ ਦੇ ਅਨੁਸਾਰ 2018 ਮਾਡਲ ਐਕਸੈਸ RX ਵਹੀਕਲ ਸਭ ਤੋਂ ਵੱਧ ਚੋਰੀ ਹੋਇਆ, ਜਿਸ ਦੀ ਕੀਮਤ $50,000 ਬਣਦੀ ਹੈ। ਉੱਥੇ ਹੀ Honda CR-V ਦੂਜੇ ਨੰਬਰ ਤੇ ਅਤੇ Honda Civic 2019 ਮਾਡਲ ਤੀਜੇ ਨੰਬਰ ਤੇ ਰਹੀ। ਉੱਥੇ ਹੀ ਚੋਰੀ ਹੋਣ ਦੀ ਸੂਚੀ ਵਿੱਚ ਟੋਇਟਾ ਦੀ ਹਾਈਲੈਂਡਰ ਚੌਥੇ ਨੰਬਰ ਤੇ ਰਹੀ। ਜੇਕਰ ਸਾਰੀਆਂ ਕਾਰਾਂ ਦੀ ਔਸਤ ਕੱਢੀ ਜਾਵੇ ਤਾਂ ਇਸ ਵਿੱਚ SUV ਕਾਰਾਂ 48% ਚੋਰੀ ਹੋਈਆਂ ਨੇ, ਜਦਕਿ ਸਡਾਨ 34.7%, ਜਿਨ੍ਹਾਂ ਦੀ ਗਿਣਤੀ 3000 ਤੋਂ ਕਰੀਬ ਬਣਦੀ ਹੈ। ਉੱਥੇ ਹੀ ਪਿਕਅਪ ਟਰੱਕ 12.4% ਚੋਰੀ ਹੋਏ ਨੇ, ਭਾਵ ਕਿ 1350 ਟਰੱਕ ਚੋਰੀ ਹੋਏ ਨੇ ਤੇ ਵੈਨ 3% ਚੋਰੀ ਹੋਈਆਂ ਨੇ, ਜੋ ਕਿ 325 ਬਣਦੀਆਂ ਨੇ। ਇਸ ਰਿਪੋਰਟ ਦੇ ਅਨੁਸਾਰ ਜੇਕਰ ਪਿਕਅਪ ਟਰੱਕਸ ਦੀ ਗੱਲ ਕੀਤੀ ਜਾਵੇ ਤਾਂ ਸ਼ੈਵਲਟ, GMC, ਫੋਰਡ ਦੇ 150 ਅਤੇ ਇਸ ਦੇ ਨਾਲ ਹੀ ਡੌਜ ਰੈਮ ਦੇ ਟਰੱਕ ਵਧੇਰੇ ਚੋਰੀ ਹੋਏ ਨੇ। ਜਿਹੜੀਆਂ ਗੱਡੀਆਂ ਸਭ ਤੋਂ ਘੱਟ ਚੋਰੀ ਹੋਈਆਂ ਨੇ ਉਹਦੇ ਵਿੱਚ 2018 ਮਾਡਲ Honda Accord, ਟੋਇਟਾ ਕਰੋਲਾ ਅਤੇ ਇਸ ਦੇ ਨਾਲ ਹੀ 2016 ਲੈਂਡ ਰੋਵਰ ਰੇਂਜ ਰੋਵਰ ਗੱਡੀਆਂ ਆਉਂਦੀਆਂ ਨੇ। ਇੱਥੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਜਿੰਨੀਆਂ ਗੱਡੀਆਂ ਚੋਰੀ ਹੋਈਆਂ ਨੇ ਉਹਨਾਂ ਦੀ ਕੁੱਲ ਇੰਸ਼ੋਰੈਂਸ ਕੀਮਤ $545 ਮਿਲੀਅਨ ਮਿਲੀ ਹੈ। ਕਾਰਾਂ ਦੀ ਚੋਰੀ ਨੂੰ ਰੋਕਣ ਲਈ ਪੁਲਿਸ ਵੱਲੋਂ ਸਮੇਂ-ਸਮੇਂ ਤੇ ਕਈ ਟਿਪਸ ਵੀ ਦਿੱਤੇ ਜਾਂਦੇ ਨੇ, ਜਿਸ ਵਿੱਚ ਖਾਸ ਕਰਕੇ ਇਹ ਕਿਹਾ ਜਾਂਦਾ ਕਿ ਜਦੋਂ ਸਿਆਲਾਂ ਵਿੱਚ ਤੁਸੀਂ ਕਾਰ ਗਰਮ ਕਰਨੀ ਛੱਡਦੇ ਹੋ ਤਾਂ ਕਾਰ ਤੇ ਨਜ਼ਰ ਬਣਾ ਕੇ ਰੱਖੋ। ਉੱਥੇ ਹੀ ਕਾਰ ਚੋਰੀ ਕਰਨ ਲਈ ਕਈ ਵਾਰੀ ਆਧੁਨਿਕ ਤਕਨੀਕ ਦਾ ਵੀ ਸਹਾਰਾ ਲਿਆ ਜਾਂਦਾ ਹੈ, ਜਿਸ ਵਿੱਚ ਰੀਪ੍ਰੋਗਰਾਮਿੰਗ ਦੁਆਰਾ ਗੱਡੀਆਂ ਚੋਰੀ ਕੀਤੀਆਂ ਜਾਂਦੀਆਂ ਨੇ। ਜਿਸ ਵਿੱਚ ਪੁਲਿਸ ਵੱਲੋਂ ਦੱਸਿਆ ਗਿਆ ਕਿ ਕਈ ਵਾਰ ਚੋਰਾਂ ਵੱਲੋਂ ਫੌਬ ਕੀ ਨੂੰ ਰੀਪ੍ਰੋਗਰਾਮ ਕਰਕੇ ਕਾਰ ਖੋਲ ਲਈ ਜਾਂਦੀ ਹੈ ਤੇ ਚੋਰੀ ਕੀਤੀ ਜਾਂਦੀ ਹੈ, ਜਿਸ ਲਈ ਪੁਲਿਸ ਵੱਲੋਂ ਸਲਾਹ ਦਿੱਤੀ ਜਾਂਦੀ ਹੈ ਕਿ ਜਾਂ ਤਾਂ ਕਾਰ ਗਰਾਜ ਵਿੱਚ ਪਾਰਕ ਕੀਤੀ ਜਾਵੇ ਜਾਂ ਫਿਰ ਕਾਰ ਦੀ ਫੌਬ ਕੀ ਕਿਤੇ ਦੂਰ ਅੰਦਰ ਰੱਖੀ ਜਾਵੇ ਜਾਂ ਫਿਰ ਉਸ ਨੂੰ ਲਿਫਾਫੇ ਵਿੱਚ ਪਾ ਕੇ ਰੱਖਿਆ ਜਾਵੇ, ਤਾਂ ਕਿ ਫੌਬ ਕੀ ਦਾ ਸਿਗਨਲ ਕਿਸੇ ਵੀ ਤਰੀਕੇ ਜਾਂ ਉਹਦੀ ਰੇਡੀਓ ਫ੍ਰੀਕੁਐਂਸੀ ਗੱਡੀ ਤੱਕ ਨਾ ਪਹੁੰਚੇ, ਤਾਂ ਕਿ ਚੋਰ ਉਸ ਨੂੰ ਰੀਪ੍ਰੋਗਰਾਮ ਕਰਕੇ ਕਾਰ ਸਟਾਰਟ ਨਾ ਕਰ ਸਕਣ, ਨਾ ਉਸ ਨੂੰ ਖੋਲ ਸਕਣ। ਇਸ ਦੇ ਨਾਲ ਹੀ ਕਾਰ ਨੂੰ ਹਮੇਸ਼ਾ ਲੌਕ ਲਾ ਕੇ ਰੱਖਣ ਤੇ ਇਸ ਦੇ ਨਾਲ ਹੀ ਘਰ ਦੇ ਬਾਹਰ ਸਰਵੇਲੈਂਸ ਸਿਸਟਮ ਲਾਉਣ ਦੀ ਗੱਲ ਵੀ ਆਖੀ ਗਈ ਹੈ। ਕੁਝ ਤਕਨੀਕੀ ਕਾਰਨਾਂ ਕਰਕੇ ਅਮਰੀਕਾ ਨੂੰ ਆਉਣ ਵਾਲੀਆਂ ਕੁਝ ਹਵਾਈ ਅੱਡਿਆਂ ਤੇ ਇੰਟਰਨੈਸ਼ਨਲ ਫਲਾਈਟਾਂ ਰੱਦ ਕਰਨੀਆਂ ਪਈਆਂ ਨੇ। ਕੁਝ 에ਅਰਲਾਈਨਸ ਵੱਲੋਂ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਅਮਰੀਕੀ ਹਵਾਈ ਅੱਡਿਆਂ ਦੇ ਨੇੜੇ 5G ਨੈਟਵਰਕ ਇੰਸਟਾਲ ਕੀਤਾ ਜਾ ਰਿਹਾ, ਜਿਸ ਕਾਰਨ ਉਹਨਾਂ ਦੇ ਜਹਾਜ਼ਾਂ ਵਿੱਚ ਕੁਝ ਪਰੇਸ਼ਾਨੀ ਆ ਸਕਦੀ ਆ, ਉਹਨਾਂ ਦੀ ਟੈਕਨੋਲੋਜੀ ਨੂੰ ਕੁਝ ਪਰੇਸ਼ਾਨੀ ਆ ਸਕਦੀ ਹੈ। ਇਸ ਨੂੰ ਦੇਖਦਿਆਂ ਉਹਨਾਂ ਨੇ ਕੁਝ ਫਲਾਈਟਾਂ ਰੱਦ ਕੀਤੀਆਂ ਨੇ, ਜਿਸ ਵਿੱਚ 에ਅਰ ਇੰਡੀਆ ਦਾ ਨਾਮ ਵੀ ਸ਼ਾਮਲ ਹੈ। ਦੁਨੀਆ ਦੀਆਂ ਕਈ ਇੰਟਰਨੈਸ਼ਨਲ 에ਅਰਲਾਈਨਸ ਵੱਲੋਂ ਅਮਰੀਕਾ ਨੂੰ ਕੁਝ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ, ਜਿਸ ਵਿੱਚ ਭਾਰਤ ਦੀ 에ਅਰ ਇੰਡੀਆ ਵੀ ਸ਼ਾਮਲ ਹੈ। 에ਅਰ ਇੰਡੀਆ ਵੱਲੋਂ ਵੀ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਨਾਲ ਦਿੱਲੀ 에ਅਰਪੋਰਟ ਤੋਂ ਸਨ ਫਰਾਂਸਿਸਕੋ, ਸ਼ਿਕਾਗੋ ਅਤੇ JFK ਤੱਕ ਦੀਆਂ ਫਲਾਈਟਸ ਪ੍ਰਭਾਵਿਤ ਹੋਣਗੀਆਂ ਅਤੇ ਇਸ ਦੇ ਨਾਲ ਹੀ ਮੁੰਬਈ ਤੋਂ ਨਿਊਯਾਰਕ ਦੀ ਫਲਾਈਟ ਵੀ ਕੈਂਸਲ ਕਰ ਦਿੱਤੀ ਗਈ ਹੈ। ਜਦਕਿ ਜਾਪਾਨ 에ਅਰਲਾਈਨਸ ਵੱਲੋਂ ਵੀ ਕੁਝ ਫਲਾਈਟਾਂ ਰੱਦ ਕੀਤੀਆਂ ਗਈਆਂ ਨੇ। ਉੱਥੇ ਹੀ ਅਮੀਰਾਤ 에ਅਰਲਾਈਨਸ ਵੱਲੋਂ ਵੀ 9 ਹਵਾਈ ਅੱਡਿਆਂ ਉੱਤੇ ਆਪਣੀਆਂ ਫਲਾਈਟਾਂ ਰੱਦ ਕੀਤੀਆਂ ਗਈਆਂ ਨੇ, ਜਿਸ ਵਿੱਚ ਅਮਰੀਕਾ ਦੇ ਬੂਸਟਨ, ਸ਼ਿਕਾਗੋ, ਜਾਰਜ ਬੁਸ਼ ਇੰਟਰਨੈਸ਼ਨਲ 에ਅਰਪੋਰਟ, ਹਿਊਸਟਨ, ਮਿਆਮੀ, ਔਰਲੈਂਡੋ, ਸਨ ਫਰਾਂਸਿਸਕੋ ਅਤੇ ਸਿਆਟਲ ਵਰਗੇ ਹਵਾਈ ਅੱਡੇ ਸ਼ਾਮਲ ਨੇ। ਇਹਨਾਂ 에ਅਰਲਾਈਨਸ ਵੱਲੋਂ 5G ਨੈਟਵਰਕ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਅਮਰੀਕਾ ਦੇ ਕਈ ਹਵਾਈ ਅੱਡਿਆਂ ਦੇ ਨੇੜੇ 5G ਸੈੱਲ ਫੋਨ ਸਰਵਿਸ ਇੰਸਟਾਲ ਕੀਤੀ ਜਾ ਰਹੀ ਹੈ ਅਤੇ ਇਹਨਾਂ 에ਅਰਲਾਈਨਸ ਕੰਪਨੀਆਂ ਵੱਲੋਂ ਚਿੰਤਾ ਜ਼ਾਹਰ ਕੀਤੀ ਗਈ ਕਿ ਇਸ 5G ਨੈਟਵਰਕ ਦੇ ਨਾਲ ਕੁਝ 에ਅਰਪਲੇਨਸ ਦੀ ਟੈਕਨੋਲੋਜੀ ਉੱਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਹਾਲਾਂਕਿ ਇਸ ਸੰਬੰਧੀ ਪਹਿਲਾਂ ਵੀ ਚਿੰਤਾ ਜ਼ਾਹਰ ਕਰ ਦਿੱਤੀ ਗਈ ਸੀ ਅਤੇ ਕੁਝ 에ਅਰਲਾਈਨਸ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ 5G ਨਾਲ ਕੁਝ 에ਅਰਪਲੇਨਸ ਦੇ ਤਕਨੀਕੀ ਯੰਤਰਾਂ ਉੱਤੇ ਬੁਰਾ ਅਸਰ ਪੈ ਸਕਦਾ ਹੈ। ਇਸ ਕਰਕੇ ਉਹਨਾਂ ਵੱਲੋਂ ਇਸ ਇੰਡਸਟਰੀ ਉੱਤੇ ਵੀ ਬੁਰਾ ਪ੍ਰਭਾਵ ਪਾਇਆ ਜਾ ਸਕਦਾ ਹੈ, ਜਿਸ ਨੂੰ ਲੈ ਕੇ ਹੁਣ ਫਲਾਈਟਾਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ। ਹਾਲਾਂਕਿ ਅਮਰੀਕਾ ਦੇ ਕੁਝ ਹਵਾਈ ਅੱਡਿਆਂ ਉੱਤੇ ਕਈ 에ਅਰਲਾਈਨਸ ਦੀਆਂ ਸਰਵਿਸ ਹਾਲੇ ਵੀ ਜਾਰੀ ਨੇ ਅਤੇ ਸੰਬੰਧਤ 에ਅਰਲਾਈਨਸ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਹੋ ਸਕਦਾ ਕਿ ਜਲਦ ਤੋਂ ਜਲਦ ਇਹਨਾਂ 에ਅਰਪੋਰਟਸ ਉੱਤੇ ਦੁਬਾਰਾ ਉਹਨਾਂ ਦੀ ਸਰਵਿਸ ਸ਼ੁਰੂ ਹੋ ਜਾਵੇ। ਅੰਟਾਰੀਓ ਦੇ ਹਸਪਤਾਲਾਂ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਔਰ ਇਹ ਗਿਣਤੀ ਅੱਜ 4100 ਨੂੰ ਟੱਪ ਗਈ ਹੈ ਔਰ ਵੱਡੀ ਗਿਣਤੀ ਵਿੱਚ ਮਾਮਲੇ ਵੀ ਸਾਹਮਣੇ ਆ ਰਹੇ ਨੇ। ਇਸੇ ਦੌਰਾਨ ਹੀ ਅੱਜ ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦੇ ਅੰਟਾਰੀਓ ਦੇ ਪ੍ਰੀਮੀਅਰ ਨੇ ਇਹ ਵੀ ਕਿਹਾ ਕਿ ਉਹ ਇਸ ਹਫ਼ਤੇ ਜਾਂ ਇਸ ਹਫ਼ਤੇ ਤੋਂ ਬਾਅਦ ਕੁਝ ਚੰਗੀ ਖਬਰ ਦੇ ਸਕਦੇ ਨੇ, ਜਿਹਦੇ ਵਿੱਚ ਉਹ ਕੁਝ ਪਾਬੰਦੀਆਂ ਦੀ ਢਿੱਲ ਦਾ ਐਲਾਨ ਕਰ ਸਕਦੇ ਨੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਹੀ ਹੈਲਥ ਕੈਨੇਡਾ ਵੱਲੋਂ ਇੱਕ ਗੋਲੀ ਜਿਹੜੀ ਆ ਉਹਨੂੰ ਮਨਜ਼ੂਰੀ ਦਿੱਤੀ ਗਈ ਆ ਜਿਹਦੇ ਨਾਲ ਕੋਵਿਡ-19 ਦਾ ਇਲਾਜ ਹੋਵੇਗਾ, ਜਿਸ ਤੋਂ ਬਾਅਦ
ਅੰਟਾਰੀਓ ਦੇ ਪ੍ਰੀਮੀਅਰ ਨੇ ਇਹ ਖੁਸ਼ੀ ਜਤਾਈ ਸੀ ਤੇ ਉਮੀਦ ਪ੍ਰਗਟ ਕੀਤੀ ਸੀ ਕਿ ਹੁਣ ਕੋਵਿਡ ਤੇ ਕਾਬੂ ਪਾਇਆ ਜਾ ਸਕੇਗਾ ਤੇ ਹਸਪਤਾਲਾਂ 'ਚੋਂ ਲੋਕਾਂ ਦੀ ਗਿਣਤੀ ਘਟਾਈ ਜਾ ਸਕੇਗੀ ਅਤੇ ਉਹਨਾਂ ਨੇ 10,000 ਗੋਲੀਆਂ ਮਿਲਣ ਦੀ ਉਮੀਦ ਵੀ ਪ੍ਰਗਟਾਈ ਸੀ, ਜਿਸ ਤੋਂ ਬਾਅਦ ਅੱਜ ਇਹ ਬਿਆਨ ਆਇਆ ਕਿ ਕੁਝ ਪਾਬੰਦੀਆਂ 'ਚ ਢਿੱਲ ਦਿੱਤੀ ਜਾ ਸਕਦੀ ਹੈ। ਅੰਟਾਰੀਓ ਦੇ ਹਸਪਤਾਲਾਂ ਵਿੱਚ ਇੱਕ ਵਾਰੀ ਫਿਰ ਵੱਡੀ ਗਿਣਤੀ 'ਚ ਕਰੋਨਾ ਦੇ ਮਰੀਜ਼ ਦਾਖਲ ਨੇ। ਜਾਣਕਾਰੀ ਅਨੁਸਾਰ ਅੰਟਾਰੀਓ ਵਿੱਚ 4183 ਲੋਕ ਹਸਪਤਾਲ ਵਿੱਚ ਦਾਖਲ ਨੇ, ਜੋ ਹੁਣ ਤੱਕ ਦੀ ਅੰਟਾਰੀਓ ਵਿੱਚ ਰਿਕਾਰਡ ਗਿਣਤੀ ਹੈ। ਉੱਥੇ ਹੀ 580 ਲੋਕ ICU ਵਿੱਚ ਵੀ ਦਾਖਲ ਨੇ, ਜਿਨ੍ਹਾਂ ਦੀ ਹਾਲਤ ਗੰਭੀਰ ਹੈ ਅਤੇ ਇਹਨਾਂ ਵਿੱਚੋਂ 337 ਲੋਕ ICU ਵਿੱਚ ਵੈਂਟੀਲੇਟਰ ਤੇ ਨੇ, ਜਿਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਆ ਰਹੀ ਹੈ। ਅੰਟਾਰੀਓ ਦੀ ਸਿਹਤ ਮੰਤਰੀ ਵੱਲੋਂ ਦੱਸਿਆ ਗਿਆ ਕਿ 4183 ਵਿੱਚੋਂ 53.5% ਲੋਕ ਕੋਵਿਡ ਕਰਕੇ ਹੀ ਹਸਪਤਾਲ 'ਚ ਦਾਖਲ ਹੋਏ ਨੇ, ਜਦਕਿ 46.5% ਲੋਕ ਹੋਰਨਾਂ ਕਾਰਨਾਂ ਕਰਕੇ ਹਸਪਤਾਲ ਦਾਖਲ ਹੋਏ ਸੀ, ਪਰ ਹੁਣ ਉਹਨਾਂ ਦਾ ਟੈਸਟ ਪੋਜ਼ਿਟਿਵ ਪਾਇਆ ਗਿਆ, ਜਦਕਿ ICU ਵਿੱਚ 82% ਲੋਕ ਕੋਵਿਡ ਕਰਕੇ ਦਾਖਲ ਹੋਏ ਸਨ, ਜਦਕਿ 17.9% ਲੋਕ ਹੋਰਨਾਂ ਕਾਰਨਾਂ ਕਰਕੇ ਦਾਖਲ ਹੋਏ ਸਨ, ਪਰ ਹੁਣ ਉਹਨਾਂ ਦਾ ਟੈਸਟ ਪੋਜ਼ਿਟਿਵ ਪਾਇਆ ਗਿਆ। ਅੰਟਾਰੀਓ ਵਿੱਚ ਬੀਤੇ 24 ਘੰਟਿਆਂ ਦੌਰਾਨ 38 ਹੋਰ ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਹੁਣ ਉੱਥੇ ਕੁੱਲ ਗਿਣਤੀ ਵੱਧ ਕੇ 4666 ਤੱਕ ਪਹੁੰਚ ਗਈ ਹੈ। ਅੰਟਾਰੀਓ ਵਿੱਚ ਬੀਤੇ 24 ਘੰਟਿਆਂ ਦੌਰਾਨ 7086 ਕਰੋਨਾ ਵਾਇਰਸ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਨੇ, ਜਦਕਿ ਬੀਤੇ ਦਿਨ 8521 ਮਾਮਲੇ ਦਰਜ ਕੀਤੇ ਗਏ ਸੀ। ਜਾਣਕਾਰੀ ਅਨੁਸਾਰ ਜਿਹੜੇ 7086 ਮਾਮਲੇ ਦਰਜ ਕੀਤੇ ਗਏ ਨੇ, ਉਹਦੇ ਵਿੱਚੋਂ 5439 ਫੁੱਲੀ ਵੈਕਸੀਨੇਟ ਨੇ, ਜਦਕਿ 1087 ਅਨਵੈਕਸੀਨੇਟ ਨੇ। ਇਸ ਦੇ ਨਾਲ ਹੀ 245 ਪਾਰਸ਼ਲੀ ਵੈਕਸੀਨੇਟ ਨੇ, ਭਾਵ ਕਿ ਉਹਨਾਂ ਦੇ ਸਿਰਫ ਇੱਕ ਹੀ ਟੀਕਾ ਲੱਗਾ ਹੈ। ਇਸ ਦੇ ਨਾਲ ਹੀ ਅੰਟਾਰੀਓ ਦੇ ਪ੍ਰੀਮੀਅਰ ਵੱਲੋਂ ਦੱਸਿਆ ਗਿਆ ਕਿ ਇਸੇ ਹਫਤੇ ਉਹ ਇੱਕ ਪੋਜ਼ਿਟਿਵ ਨਿਊਜ਼ ਲੈ ਕੇ ਆ ਰਹੇ ਨੇ ਅਤੇ ਹੋ ਸਕਦਾ ਕਿ ਇਸ ਹਫਤੇ ਤੋਂ ਬਾਅਦ ਉਹ ਕੁਝ ਰਾਹਤ ਦੇਣ ਅਤੇ ਕੁਝ ਜਿਹੜੀਆਂ ਪਾਬੰਦੀਆਂ ਨੇ ਉਹਨਾਂ ਨੂੰ ਹਟਾਇਆ ਜਾ ਸਕਦਾ ਹੈ। ਸੋ ਅੰਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਕੁਝ ਢਿੱਲਾ ਦੇਣ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਦਾ ਐਲਾਨ ਛੇਤੀ ਹੀ ਹੋ ਸਕਦਾ ਹੈ, ਜੋ ਇਸ਼ਾਰਾ ਹੁਣ ਤੱਕ ਦਿੱਤਾ ਗਿਆ। ਸੋ ਜਾਂਦੇ ਇੱਕ ਵਾਰੀ ਫਿਰ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਟਰੂਡੋ ਨੇ ਦਿੱਤੀ ਵਿਦਿਆਰਥੀਆਂ ਨੂੰ ਰਾਹਤ, ਗ੍ਰਾਂਟ 'ਚ ਕੀਤਾ ਵਾਧਾ, ਵਿਆਜ ਕੀਤਾ ਮਾਫ। ਰੂਸ ਅਤੇ ਯੂਕਰੇਨ 'ਚ ਜੰਗ ਦਾ ਮਾਹੌਲ, ਕੈਨੇਡਾ ਨੇ ਵੀ ਭੇਜੀ ਆਪਣੀ ਫੌਜ। ਜਗਮੀਤ ਸਿੰਘ ਨੇ ਕੀਤਾ ਹੈਲਥ ਟੈਕਸ ਦਾ ਵਿਰੋਧ, ਹੈਲਥ ਟੈਕਸ ਨੂੰ ਦੱਸਿਆ ਹੈਲਥ ਸਿਸਟਮ ਲਈ ਘਾਤਕ। ਬ੍ਰਿਟਿਸ਼ ਕੋਲੰਬੀਆ 'ਚ ਪਾਬੰਦੀਆਂ 'ਚ ਮਿਲੀ ਢਿੱਲ, ਜਿਮ ਅਤੇ ਫਿਟਨੈਸ ਸੈਂਟਰ ਖੋਲ੍ਹਣ ਦੀ ਆਗਿਆ। ਅੰਟਾਰੀਓ 'ਚ ਹੋਈਆਂ 10,000 ਤੋਂ ਵੱਧ ਕਾਰਾਂ ਚੋਰੀ, ਹਰ ਘੰਟੇ ਚੋਰੀ ਹੋਈ ਇੱਕ ਕਾਰ। ਅਤੇ ਅਮਰੀਕਾ ਨੂੰ ਆਉਣ ਵਾਲੀਆਂ ਕਈ ਫਲਾਈਟਾਂ ਹੋਈਆਂ ਰੱਦ। ਦੇਖੋ ਕਿਹੜੇ ਤਕਨੀਕੀ ਕਾਰਨਾਂ ਕਰਕੇ ਰੱਦ ਹੋ ਰਹੀਆਂ ਨੇ ਫਲਾਈਟਾਂ। ਸੋ ਇਹ ਸੀ ਅੱਜ ਦਾ ਖਾਸ ਨਿਊਜ਼ ਬੁਲਟਨ। ਸੋ ਇਸੇ ਤਰੀਕੇ ਨਾਲ ਅਸੀਂ ਨਵੀਆਂ ਤੇ ਅਹਿਮ ਖਬਰਾਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਦੇਖਦੇ ਰਹੋ TV ਪੰਜਾਬ।